ਸਤਿ ਸ਼੍ਰੀ ਅਕਾਲ ਦੋਸਤੋ ਜੀ, ਮੈਂ ਕੁਲਵੰਤ ਸਿੰਘ ਨਿਊਜ਼ ਪ੍ਰਾਈਮ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਸਭ ਨੂੰ ਪਤਾ ਕਿ ਇੰਨੇ ਦਿਨਾਂ ਤੋਂ ਜਿਹੜੀ ਇੱਕ ਰਿਹਰਸਲ ਇੱਕ ਪਰੇਡ ਚੱਲ ਰਹੀ ਸੀ ਮਿਊਨਿਸਪਲ ਕੌਂਸਲ ਦੀਆਂ ਚੋਣਾਂ ਦੀ, ਲੇਕਿਨ ਅੱਜ ਇੱਕ ਦਿਨ ਜਾਂ 2 ਦਿਨ ਰਹਿ ਗਏ ਔਰ 14 ਤਰੀਕ ਨੂੰ ਵੋਟਾਂ ਪੈਣੀਆਂ ਨੇ। ਅੱਡੀ ਚੋਟੀ ਦਾ ਉਮੀਦਵਾਰਾਂ ਦਾ ਜ਼ੋਰ ਲੱਗਿਆ ਹੋਇਆ, ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਜਾਂ ਉਹ ਆਜ਼ਾਦ ਉਮੀਦਵਾਰ ਹੈ। ਮੇਰੇ ਨਾਲ ਸਰਦਾਰ ਰੁਪਿੰਦਰ ਸਿੰਘ ਬਰਾੜ ਨੇ, ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ। ਇਸ ਸਮੇਂ ਅਸੀਂ ਵਾਰਡ ਨੰਬਰ 10 ਸਨੀ ਇਨਕਲੇਵ ਦੇ ਵਿੱਚ ਖੜ੍ਹੇ, ਜਿਹੜਾ ਓਲਡ ਸਨੀ ਇਨਕਲੇਵ ਹੈ। ਵਾਰਡ ਨੰਬਰ 10 ਦੀ ਆਪਾਂ ਥੋੜ੍ਹੀ ਜਿਹੀ ਰੂਪਰੇਖਾ 'ਤੇ ਆਪਾਂ ਚਰਚਾ ਕਰਦੇ ਵੀ ਕਿਹੜੇ ਮੁੱਦਿਆਂ 'ਤੇ ਬਰਾੜ ਸਾਹਿਬ ਲੈ ਕੇ ਆਏ ਨੇ। ਬਰਾੜ ਸਾਹਿਬ, ਬਾਕੀ ਵੀ ਕੈਂਡੀਡੇਟ ਪੂਰੇ ਜ਼ੋਰ ਦੇ ਨੇ, ਤੁਹਾਨੂੰ ਲੋਕ ਵੋਟਾਂ ਕਿਉਂ ਪਾਉਣ? ਮੇਰਾ ਪਹਿਲਾ ਇਹੀ ਸਵਾਲ। ਸਭ ਤੋਂ ਪਹਿਲਾ ਜਿਹੜਾ ਕਾਰਨ ਹੈ, ਕਿਉਂਕਿ ਸਾਡਾ ਵਾਰਡ ਹੈ ਜਿਹੜਾ ਪਿਛਲੇ 5 ਸਾਲ 'ਚ ਬਹੁਤ ਧਰਾਤਲ 'ਚ ਚਲਾ ਗਿਆ। ਕਿਉਂਕਿ ਪਿਛਲੇ 5 ਸਾਲ 'ਚ ਸਾਡੇ ਵਾਰਡ ਵੱਲ ਸ਼ਾਇਦ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ, ਨਾ ਤਾਂ ਮਿਊਨਿਸਪਲ ਕਮੇਟੀ ਨੇ ਹੀ ਧਿਆਨ ਦਿੱਤਾ, ਨਾ ਇੱਥੋਂ ਦੇ ਸਾਡੇ ਜਿਹੜੇ ਨੁਮਾਇੰਦੇ ਸੀ MC ਸਾਹਿਬ, ਉਹਨਾਂ ਨੇ ਇਸ ਵੱਲ ਧਿਆਨ ਦਿੱਤਾ। ਇਸ ਕਰਕੇ ਜ਼ਰੂਰਤ ਹੈ ਵੀ ਅਸੀਂ ਆਪਣੇ ਵਾਰਡ ਦੀ ਤਰੱਕੀ ਦੇ ਲਈ ਰਲ ਕੇ ਕੰਮ ਕਰੀਏ। ਮੈਂ ਨਹੀਂ ਚਾਹੁੰਦਾ ਵੀ ਅਸੀਂ ਇਸ ਜਿਹੜੀ ਮਿਊਨਿਸਪਲ ਕੌਂਸਲਰ ਦੀ ਪੋਸਟ ਹੈ, ਇਸ ਨੂੰ ਇੱਕ ਜਗ੍ਹਾ ਕੇਂਦਰਿਤ ਕਰ ਲਈਏ। ਮੈਂ ਇਹਨੂੰ ਸਾਰਿਆਂ ਨੂੰ ਵੰਡ ਕੇ ਕੰਮ ਚਲਾਉਣਾ ਚਾਹੁੰਦਾ, ਤਾਂ ਕਿ ਸਾਰਿਆਂ ਦੀ ਜ਼ਿੰਮੇਵਾਰੀ ਬਣੇ ਔਰ ਸਾਰੇ ਰਲ ਮਿਲ ਕੇ ਅਸੀਂ ਆਪਦੇ ਵਾਰਡ ਦੀ ਤਰੱਕੀ ਲਈ, ਸ਼ਹਿਰ ਦੀ ਤਰੱਕੀ ਲਈ ਕੰਮ ਕਰੀਏ। ਜਿਸ ਵਾਰਡ ਦੇ ਵਿੱਚ ਤੁਸੀਂ ਖੜ੍ਹੇ ਹੋ, ਇਹਦੀਆਂ ਬਹੁਤ ਸਮੱਸਿਆਵਾਂ ਨੇ। ਗੋਡੇ ਪਾਣੀ ਖੜ੍ਹਦਾ ਬਰਸਾਤ ਦੇ ਵਿੱਚ, ਇੱਕ ਨਦੀ ਦੇ ਰੂਪ ਦੇ ਵਿੱਚ। ਜਦੋਂ ਆਪਾਂ ਵਾਰਡ ਨੰਬਰ 10 ਨੂੰ ਕ੍ਰਾਸ ਕਰਦੇ ਹਾਂ, ਸਭ ਤੋਂ ਵੱਡੀ ਸਮੱਸਿਆ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਸ ਦਾ ਬਹੁਤ ਵੱਡਾ ਕਾਰਨ ਹੈ ਜੀ। ਇੱਕ ਜਦੋਂ ਸਨੀ ਇਨਕਲੇਵ ਵਸਾਇਆ ਗਿਆ ਸੀ, ਉਦੋਂ ਇਹਦਾ ਕੋਈ ਰੋਡ ਮੈਪ ਤਿਆਰ ਨਹੀਂ ਕੀਤਾ ਗਿਆ। ਨਾ ਮਿਊਨਿਸਪਲ ਕਮੇਟੀ ਨੇ ਇਸ ਦਾ ਕੋਈ ਰੋਡ ਮੈਪ ਤਿਆਰ ਕੀਤਾ, ਅਤੇ ਨਾ ਹੀ ਇੱਥੋਂ ਦੇ ਜਿਹੜੇ ਕਲੋਨਾਈਜ਼ਰ ਸੀ ਉਹਨਾਂ ਨੇ ਇਹ ਕੋਸ਼ਿਸ਼ ਕੀਤੀ, ਕਿਉਂਕਿ ਸ਼ਾਇਦ ਉਹਨਾਂ ਨੂੰ ਉਮੀਦ ਹੀ ਨਹੀਂ ਸੀ ਵੀ ਮੈਂ ਇੰਨੀ ਵੱਡੀ ਕਾਲੋਨੀ ਤਿਆਰ ਕਰ ਲੂँਗਾ। ਇੱਥੇ ਇੱਕ ਨਾ ਚੋਈ ਲੰਘਦੀ ਹੈ ਸਾਡੇ ਸਨੀ ਇਨਕਲੇਵ ਦੀ, ਅਤੇ ਉਹ ਸਾਰਾ ਪਾਣੀ ਪਿੱਛੋਂ ਬਹੁਤ ਦੂਰ ਤੋਂ, ਈਵਨ ਕਿ ਦਾਊਂ ਪਿੰਡ ਤਾਂ ਪਾਣੀ ਵੀ ਉਸ 'ਚ ਆਉਂਦਾ ਹੈ, ਅਤੇ ਉਹ ਸਾਰਾ ਪਾਣੀ ਅੱਗੇ ਡਰੇਨ 'ਚ ਚਲਾ ਜਾਂਦਾ ਚੋਈ ਰਾਹੀਂ। ਲੇਕਿਨ ਕੀ ਹੋਇਆ, ਜਦੋਂ ਇਹ ਸਨੀ ਇਨਕਲੇਵ ਦੀ ਇੱਥੇ ਉਸਾਰੀ ਹੋਈ, ਇਹਦੇ ਪਲਾਟ ਕੱਟੇ ਗਏ, ਉਹਨਾਂ ਨੇ ਉਸ ਚੋਈ ਨੂੰ ਇੱਕ ਨਾਲੇ 'ਚ ਤਬਦੀਲ ਕਰਤਾ, ਪੱਕੇ ਕੰਕਰੀਟ ਦੇ ਨਾਲੇ 'ਚ। ਔਰ ਉਸ ਤੋਂ ਵੀ ਵੱਧ ਬਦਕਿਸਮਤੀ ਵਾਲੀ ਗੱਲ ਹੈ ਕਿ ਅੱਗੇ ਉਸ ਨਾਲੇ ਨੂੰ ਪਾਈਪ 'ਚ ਬੰਦ ਕਰਤਾ। ਉਹ ਹੁਣ ਛੋਟੀਆਂ 2 ਪਾਈਪਾਂ ਪਾਤੀਆਂ, ਲੇਕਿਨ ਉਹ ਪਾਈਪਾਂ 'ਚ ਇੰਨੀ ਸਮਰੱਥਾ ਨਹੀਂ ਹੈ ਕਿ ਇੰਨੇ ਜ਼ਿਆਦਾ ਪਾਣੀ ਨੂੰ ਖਿੱਚ ਸਕਣ। ਉਹ ਬਹੁਤ ਵੱਡਾ ਕਾਰਨ ਹੈ। ਮੇਰੀ ਸਭ ਤੋਂ ਵੱਡੀ ਜਿਹੜੀ ਮੰਗ ਰਹੂਗੀ ਅਤੇ ਜਾਂ ਮੇਰੀ ਜ਼ਿੰਮੇਵਾਰੀ ਰਹੂਗੀ, ਉਹ ਇਹ ਹੈ ਵੀ ਉਸ ਜਿਹੜਾ ਕੰਕਰੀਟ ਦਾ ਨਾਲਾ ਹੈ, ਉਸ ਨੂੰ ਧੁਰ ਤੱਕ, ਜਿੱਥੋਂ ਤੱਕ ਕਿ ਚੋਈ ਅੱਗੇ ਓਪਨ ਹੈਗੀ ਹੈ, ਉੱਥੋਂ ਤੱਕ ਪਹੁੰਚਾਇਆ ਜਾਵੇ। ਅਤੇ ਉਹ ਪਾਈਪਾਂ ਦਾ ਸਹਾਰਾ ਜਿਹੜਾ ਅਸੀਂ ਲਿਆ ਹੋਇਆ ਹੈ, ਕਲੋਨਾਈਜ਼ਰ ਨੇ ਜਾਂ MC ਨੇ ਲਿਆ ਹੋਇਆ, ਉਸ ਨੂੰ ਖ਼ਤਮ ਕੀਤਾ ਜਾਵੇ। ਕਿਉਂਕਿ ਉਹ ਪਾਈਪਾਂ ਕਰਕੇ ਹੀ ਸਾਡੇ ਖਤਰਨਾਕ ਮੋੜ ਆ ਜਾਂਦਾ ਜਦੋਂ ਬਾਰਿਸ਼ ਹੁੰਦੀ ਹੈ। ਇਹ ਸਨੀ ਇਨਕਲੇਵ ਤਾਂ ਸੜਕਾਂ 'ਤੇ ਪਾਣੀ ਖੁੱਲ੍ਹਾ ਹੁੰਦਾ ਹੈ। ਸਾਡੇ ਨਾਲ ਇੱਕ ਦਸ਼ਮੇਸ਼ ਇਨਕਲੇਵ ਹੈ, ਉੱਥੇ ਇੱਕ ਮੰਦਿਰ ਬਣਿਆ ਹੋਇਆ, ਧਾਰਮਿਕ ਸਥਾਨ ਹੈ। ਅਤੇ ਤੁਸੀਂ ਇਮੈਜਨ ਕਰੋ ਵੀ ਸੀਵਰੇਜ ਦਾ ਗੰਦਾ ਪਾਣੀ ਮੰਦਿਰ ਦੀਆਂ ਮੂਰਤੀਆਂ ਤੱਕ ਪਹੁੰਚ ਜਾਂਦਾ ਹੈ, ਅਤੇ ਉਹ ਬੜੇ ਸ਼ਰਮ ਦੀ ਗੱਲ ਹੈ ਸਾਡੇ ਸਮਾਜ ਵਾਸਤੇ ਵੀ, ਅਤੇ ਸਾਡੇ ਸਾਰੇ ਜਿਹੜੇ ਲੋਕਤੰਤਰ ਹੈ ਉਹਦੇ ਵਾਸਤੇ ਵੀ। ਮਤਲਬ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ, ਉਹਨੂੰ ਅਸੀਂ ਖ਼ਤਮ ਕਰਨ ਦੀ ਕੋਸ਼ਿਸ਼ ਕਰਨੀ ਹੈ। ਇੱਥੇ ਵਾਰਡ ਨੰਬਰ 10 ਹੋ ਗਿਆ ਜਾਂ ਆਸੇ-ਪਾਸੇ ਦੇ ਵਾਰਡ ਹੋ ਗਏ, ਕਦੇ ਕਿਸੇ ਨੇ ਸੀਵਰੇਜ ਸਾਫ਼ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਕੀ ਕਰ ਰਹੇ? ਇਹਦਾ ਉਹੀ ਕਾਰਨ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ। ਇੱਕ ਤਾਂ ਸੀਵਰੇਜ ਪਲਾਂਟ ਇੱਥੇ ਬੰਦ ਪਿਆ, ਜਾਂ ਉਹਦੀ ਸਮਰੱਥਾ ਬਹੁਤ ਘੱਟ ਹੈ, ਜਿੰਨੀ ਸਮਰੱਥਾ ਹੋਣੀ ਚਾਹੀਦੀ ਹੈ ਉਹ ਸਮਰੱਥਾ ਘੱਟ ਹੈ। ਔਰ ਉਸ ਵੱਲ ਪਿਛਲੀ 10 ਸਾਲ ਅਕਾਲੀ BJP ਦੀ ਸਰਕਾਰ ਰਹੀ, ਔਰ ਉਸ ਕਰਕੇ ਪਿਛਲੀਆਂ ਕੌਂਸਲਰ ਦੀਆਂ ਜਿਹੜੀਆਂ ਕਮੇਟੀਆਂ ਸਾਡੀਆਂ ਬਣੀਆਂ ਹੋਈਆਂ ਸੀ, ਉਹਨਾਂ 'ਤੇ ਅਕਾਲੀ ਭਾਜਪਾ ਕਾਬਜ਼ ਸੀ, ਔਰ ਉਹਨਾਂ ਨੇ ਇਸ ਚੀਜ਼ ਵੱਲ ਧਿਆਨ ਹੀ ਦਿੱਤਾ। ਸ਼ਾਇਦ ਉਹ ਆਪਣੇ ਪਤਾ ਨਹੀਂ ਕਿਹੜੇ ਕੰਮਾਂ 'ਚ ਮਸ਼ਰੂਫ ਰਹੇ, ਅਤੇ ਜਿਹੜੇ ਸਾਡੇ ਲੋਕਾਂ ਦੀਆਂ ਬੇਸਿਕ ਲੋੜਾਂ ਹੈ ਉਹਨਾਂ ਨੂੰ ਸ਼ਾਇਦ ਅੱਖੋਂ ਪਰੋਖੇ ਕਰਕੇ ਰੱਖਿਆ ਉਹਨਾਂ ਨੇ। ਪਾਰਕਾਂ ਦਾ ਬਹੁਤ ਬੁਰਾ ਹਾਲ ਹੈ। ਪਹਿਲਾਂ ਵਾਲੇ ਕੌਂਸਲਰ ਨੇ ਵੀ ਇਹ ਕਿਹਾ ਸੀ ਕਿ ਪਾਰਕਾਂ ਦਾ ਸੁੰਦਰੀਕਰਨ ਕੀਤਾ ਜਾਊਗਾ, ਲਾਈਟਾਂ ਲਵਾ ਦਿਆਂਗੇ, ਫੁੱਲ ਬੂਟੇ ਲਾ ਦੇਂਗੇ, ਲੇਕਿਨ ਅੱਜ ਪਾਰਕਾਂ ਦੀ ਪੋਜੀਸ਼ਨ ਇਹ ਹੈ ਕਿ ਬੈਠਣ ਨੂੰ ਜੀ ਨਹੀਂ ਕਰਦਾ।
ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਵੀ ਸਾਡਾ ਜਿਹੜਾ ਵਾਰਡ ਹੈ ਇਹ ਸ਼ਾਇਦ ਪਿਛਲੇ 5 ਸਾਲਾਂ 'ਚ ਬਹੁਤ ਰਸਤੇ 'ਚ ਚਲਾ ਗਿਆ। ਅਸੀਂ ਬਦਕਿਸਮਤ ਹੈ ਵੀ ਸਾਨੂੰ ਇਹੋ ਜਿਹੇ ਨੁਮਾਇੰਦੇ ਮਿਲੇ ਜਿਨ੍ਹਾਂ ਨੇ ਜੋ ਕੰਮ ਕਰਨੇ ਚਾਹੀਦੇ ਸੀ ਉਹਨਾਂ ਵੱਲ ਧਿਆਨ ਨਾ ਦੇ ਕੇ ਸਿਰਫ ਉਹ ਇੱਕ ਪ੍ਰਾਪਰਟੀ ਡੀਲਰ ਵਾਲਾ ਕੰਮ ਮੈਂ ਇਹ ਵੀ ਚਾਹੂੰਗਾ ਜੀ ਕੋਈ ਵੀ MC ਜਦੋਂ ਬਣਦਾ ਨਾ ਤਾਂ ਉਹਨੂੰ, ਕਿਉਂਕਿ ਪ੍ਰਾਪਰਟੀ ਡੀਲਰ ਜਦੋਂ ਕੋਈ MC ਬਣਦਾ ਨਾ ਤਾਂ ਉਹ ਸ਼ਾਇਦ ਹੋਰ ਪਾਸੇ ਆਪਦੀਆਂ ਕਲੋਨੀਆਂ ਕੱਟਣ ਵੱਲ ਜਾਂ ਆਪਦੇ ਕੰਮਾਂ ਵੱਲ ਉਹਨਾਂ ਦਾ ਧਿਆਨ ਜ਼ਿਆਦਾ ਹੁੰਦਾ, ਤੇ ਉਹ ਮਿਊਨਿਸਪਲ ਕਮੇਟੀ ਤੋਂ ਇਹ ਫਾਇਦਾ ਲੈਣ ਵਾਸਤੇ ਹੀ ਪ੍ਰਾਪਰਟੀ ਡੀਲਰ ਹੈ ਜਿਹੜੇ MC ਬਣਦੇ ਆ। ਸਭ ਪ੍ਰਾਪਰਟੀ ਡੀਲਰ ਮਾੜੇ ਨਹੀਂ ਹੁੰਦੇ, ਮੈਂ ਨਹੀਂ ਕਹਿੰਦਾ, ਪਰ ਜਿਹੜੇ MC ਬਣਦੇ ਆ ਕਿਉਂਕਿ ਉਹਨਾਂ ਨੂੰ ਆਪਣੇ ਲਾਲਚ ਹੋ ਜਾਂਦੇ ਆ ਵੀ ਅਸੀਂ ਆਪਦੀ ਕਲੋਨੀ ਕੱਟੀਏ, ਉਹਦੇ 'ਚ ਅਸੀਂ ਸੜਕਾਂ ਬਣਾਉਣੀਆਂ, ਨਕਸ਼ੇ ਬਣਵਾਉਣੇ ਆ, ਤੇ ਉਹ ਫਾਇਦੇ ਲੈਣੇ ਹੁੰਦੇ। ਫਿਰ ਤੁਹਾਨੂੰ ਪਤਾ ਵੀ ਹਾਲਾਤ ਕਿਹੋ ਜਿਹੇ ਹੈ ਸਾਡੀ ਇੰਡੀਅਨ ਪੋਲੀਟਿਕਸ ਦੇ, ਤਾਂ ਉਹਦੇ 'ਚ ਅਸੀਂ ਮਾਰ ਖਾ ਰਹੇ ਹਾਂ। ਜਿੱਤਣ ਤੋਂ ਬਾਅਦ ਪਹਿਲਾ ਕੰਮ ਪ੍ਰਾਇੋਰਟੀ ਦਾ ਕੀ ਹੋਊਗਾ? ਕੀ ਤੁਸੀਂ ਜਿਹੜੇ ਵਾਅਦੇ ਕੀਤੇ ਨੇ ਉਹ 'ਤੇ ਖਰੇ ਉਤਰੋਗੇ, ਜਾਂ ਜਿਸ ਤਰ੍ਹਾਂ ਪਹਿਲਾਂ ਲੋਕ ਸਬਜ਼ ਬਾਗ ਦਿਖਾਉਂਦੇ ਨੇ ਉੱਦਾਂ ਦਾ ਤੁਹਾਡਾ ਬਿਹੇਵੀਅਰ? ਪਹਿਲੀ ਗੱਲ ਤਾਂ ਮੈਂ ਕੋਈ ਸਬਜ਼ ਬਾਗ ਨਹੀਂ ਕਿਸੇ ਨੂੰ ਦਿਖਾ ਰਿਹਾ। ਮੈਂ ਕੰਮ ਕਰਨ 'ਚ ਜ਼ਿਆਦਾ ਵਿਸ਼ਵਾਸ ਰੱਖਦਾ। ਵਾਅਦੇ ਕਰਨਾ ਵਾਅਦੇ ਤੋੜਨ ਵਾਸਤੇ ਹੁੰਦੇ ਆ। ਮੈਂ ਇਕੱਲੇ ਵਾਅਦੇ ਨਹੀਂ ਕਰੂੰਗਾ, ਮੈਂ ਕਰਕੇ ਦਿਖਾਊਂਗਾ, ਕਿਉਂਕਿ ਮੇਰਾ ਆਪਦਾ ਘਰ ਹੈ ਇੱਥੇ। ਮੈਨੂੰ ਸਾਰੀਆਂ ਜਿਹੜੀਆਂ ਤਕਲੀਫਾਂ ਮੈਂ ਉਹ ਵੀ ਮੈਂ ਖੁਦ ਕਰ ਰਿਹਾ। ਤੇ ਜਿੱਥੋਂ ਤੱਕ ਤੁਸੀਂ ਪਹਿਲਾ ਕੰਮ ਦੀ ਗੱਲ ਕਰਦੀ ਹੈ, ਸਭ ਗੱਲ ਕੀਤੀ ਹੈ, ਪਹਿਲਾ ਕੰਮ ਮੇਰਾ ਇਹੀ ਹੈ ਸੀਵਰੇਜ ਦੀ ਸਾਡਾ ਬਹੁਤ ਵੱਡੀ ਸਮੱਸਿਆ। ਇੱਕ ਤਾਂ ਡਰੇਨ ਪਾਈਪਾਂ ਸਾਡੀਆਂ ਹੈ ਨਹੀਂ ਹੈ। ਡਰੇਨ ਪਾਈਪਾਂ ਅੱਧੋਂ ਵੀ ਘੱਟ ਵਾਰਡ ਵਿੱਚ ਪਈਆਂ ਹੋਈਆਂ। ਉਹ ਡਰੇਨ ਪਾਈਪਾਂ ਮੈਂ ਪਹਿਲ ਦੇ ਆਧਾਰ 'ਤੇ ਪਾਊਂਗਾ ਤਾਂ ਕਿ ਸਾਡੀਆਂ ਸੜਕਾਂ ਸੁਰੱਖਿਅਤ ਰਹਿਣ। ਸੜਕਾਂ ਬਣਵਾਉਣੀਆਂ, ਸਾਰੀ ਸੜਕਾਂ ਦੀ ਕਾਰਪੇਟਿੰਗ ਕਰਾਉਣੀ ਬਹੁਤ ਜ਼ਰੂਰੀ ਹੈ। ਪਲੱਸ ਪਾਰਕਾਂ ਦਾ ਤੇ ਹੈ ਹੀ ਹੈ ਮਸਲਾ। ਇੱਕ ਪਾਣੀ ਦੀ ਸਾਡੇ ਸਮੱਸਿਆ, ਪਾਣੀ ਟਿਊਬਵੈੱਲ ਲੱਗ ਗਏ ਹੈ। ਪਾਣੀ ਸਾਡੇ ਪਹਿਲਾਂ ਟਿਊਬਵੈੱਲ ਖਰਾਬ ਹੋਇਆ ਸੀ ਤੇ ਉਹਦੀ ਰਿਪਲੇਸਮੈਂਟ 'ਚ ਇੱਕ ਨਵਾਂ ਟਿਊਬਵੈੱਲ ਅਸੀਂ ਪਾਸ, ਕਿਉਂਕਿ ਮੈਂ ਸਾਰੀ ਕਾਰਵਾਈ ਆਪਦੇ ਹੱਥੀਂ ਕੀਤੀ ਹੈ। ਮੈਂ ਫਾਈਲ ਚੱਕ ਕੇ ਭੱਜਦਾ ਰਿਹਾ ਤਾਂ ਇੱਥੋਂ ਕਮੇਟੀ ਨੇ ਪਾਸ ਕੀਤੀ, ਫਿਰ ਡਾਇਰੈਕਟਰ ਤੋਂ ਅਸੀਂ ਪਾਸ ਕਰਾਈ, ਸੀਵਰੇਜ ਬੋਰਡ ਤੋਂ ਟੈਂਡਰ ਕਢਵਾਇਆ। ਮੈਂ ਖੁਦ ਇਸ 'ਤੇ ਸਾਰੀ ਕਾਰਵਾਈ ਕੀਤੀ ਹੈ। ਤਾਂ ਮੈਨੂੰ ਸਾਰੇ ਪ੍ਰੋਸੀਜਰ ਦਾ ਪਤਾ ਵੀ ਅਸੀਂ ਕਿਵੇਂ ਇੱਕ ਰਿਪਲੇਸਮੈਂਟ ਵਜੋਂ ਜਿਹੜਾ ਟਿਊਬਵੈੱਲ ਆ ਉਹ ਅਸੀਂ ਇੱਥੇ ਲਿਆ। ਲੇਕਿਨ ਮੇਰਾ ਇੱਕ ਹੋਰ ਵੀ ਹੈ ਵਿਚਾਰ ਵੀ ਇੱਕ ਟਿਊਬਵੈੱਲ ਹੋਰ ਹੋਣਾ ਚਾਹੀਦਾ, ਕਿਉਂਕਿ ਇੱਥੇ ਵਾਰਡ 'ਚ ਪਹਿਲਾਂ 2 ਟਿਊਬਵੈੱਲ ਸੀ ਤੇ ਉਹ ਇੱਕ ਖਰਾਬ ਹੋਏ ਨੂੰ ਘੱਟੋ ਘੱਟ 2.5 ਸਾਲ ਹੋ ਗਏ। ਜੇ ਉਹ ਲੱਗਿਆ ਹੁੰਦਾ ਤਾਂ ਸ਼ਾਇਦ ਸਾਨੂੰ ਪ੍ਰੋਬਲਮ ਨਾ ਆਉਂਦੀ। ਤੇ ਹੁਣ ਅਸੀਂ ਬਹੁਤ ਤਕਲੀਫ 'ਚੋਂ ਗੁਜ਼ਰ ਰਹੇ ਹਾਂ। ਸ਼ਾਇਦ 5-4 ਦਿਨਾਂ 'ਚ ਸਾਡਾ ਟਿਊਬਵੈੱਲ ਸਟਾਰਟ ਹੋ ਜਾਊਗਾ ਤੇ ਫਿਰ ਇਹ ਮਸਲਾ ਸਾਡਾ ਖਤਮ। ਇਹ ਮੇਰੀ ਮੰਗ ਮਤਲਬ ਰਹੂਗੀ ਪਹਿਲ ਦੇ ਆਧਾਰ 'ਤੇ ਜਿਹੜਾ ਕੰਮ ਕਰਨਾ। ਨੰਬਰ 2 'ਤੇ ਸਾਡੇ ਇੱਥੇ ਵਾਰਡ 'ਚ ਕੋਈ ਡਿਸਪੈਂਸਰੀ ਨਹੀਂ ਹੈ। ਵਾਰਡ 'ਚ ਕੀ ਪੂਰੇ ਸਨੀ ਇਨਕਲੇਵ ਜਿਹੜਾ ਕਿ 3 ਸੈਕਟਰਾਂ 'ਚ ਵੰਡਿਆ ਹੋਇਆ ਤੇ ਹੋਰ ਵੀ ਮਤਲਬ ਕੁਝ ਪਿੰਡ ਵੀ ਲੱਗਦੇ ਹੈ। ਮੇਰੀ ਗੱਲ ਹੋਈ ਸੀਗੀ ਮਨੀਸ਼ ਤਿਵਾੜੀ ਜੀ ਨਾਲ ਵੀ ਹੋਈ ਸੀ, ਕੰਗ ਸਾਹਿਬ ਨਾਲ ਵੀ ਹੋਈ ਸੀ। ਅਸੀਂ ਅੱਗੇ ਇਸ ਦਾ ਮਨੀਸ਼ ਜੀ ਨੇ ਇਹ ਮੁੱਦਾ ਚੁੱਕਿਆ ਸੀ ਤਾਂ ਉਹ ਫਿਰ ਮੈਨੂੰ ਪਤਾ ਲੱਗਿਆ ਸੀ ਵੀ ਇੱਥੇ ਜਦੋਂ 25,000 ਤੋਂ ਟੱਪ ਜਾਂਦੀ ਕਿਸੇ ਜਗ੍ਹਾ ਦੀ ਵੀ ਆਬਾਦੀ ਤੇ ਉੱਥੇ ਇੱਕ ਡਿਸਪੈਂਸਰੀ ਅਲਾਟ ਕੀਤੀ ਜਾ ਸਕਦੀ ਹੈ। ਤਾਂ ਉਸ ਦੇ ਆਧਾਰ 'ਤੇ ਅਸੀਂ ਕਿ ਡਿਸਪੈਂਸਰੀ ਇੱਥੇ ਅਲਾਟ ਕਰਾ ਰਹੇ। ਉਹਨਾਂ ਨੂੰ ਮੈਂ ਕਿਹਾ ਵੀ ਸਾਡੇ 3 ਸੈਕਟਰ ਕਿਤੇ ਵੀ ਕਰ ਦਿਓ, ਸਾਨੂੰ ਕੋਈ ਪ੍ਰੋਬਲਮ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਤੇ ਸ਼ਾਇਦ ਉਹ ਕੰਮ ਚੱਲ ਰਿਹਾ, ਹੋ ਸਕਦਾ ਉਹ ਪਾਸ ਹੋ ਗਈ ਹੋਵੇ, ਕਿਉਂਕਿ ਮੈਂ ਹੁਣ ਇਲੈਕਸ਼ਨਾਂ ਕਰਕੇ ਮੈਂ ਪਤਾ ਨਹੀਂ ਕੀਤਾ ਤੇ ਉਹ ਚੱਲ ਰਿਹਾ। ਮੈਂ ਉਹਨਾਂ ਨੂੰ ਮਤਲਬ ਇਹ ਨਹੀਂ ਕਿਹਾ ਵੀ ਕਿੱਥੇ ਸਾਡੇ ਕਿਤੇ ਵੀ ਖੋਲ੍ਹ ਦਿਓ ਸਾਨੂੰ, ਕਿਉਂਕਿ ਉਸ ਦੀ ਜ਼ਰੂਰਤ ਹੈ। ਹਾਂਜੀ। ਅਤੇ ਬਾਕੀ ਸਾਡੇ ਇੱਕ ਪਬਲਿਕ ਲਾਇਬ੍ਰੇਰੀ ਦੀ ਬੜੀ ਘਾਟ ਹੈ। ਖਰੜ 'ਚ ਪਬਲਿਕ ਲਾਇਬ੍ਰੇਰੀ ਨਹੀਂ ਹੈ। ਤੋ ਇਹ ਵੀ ਮੇਰੀ ਇੱਕ ਕੋਸ਼ਿਸ਼ ਹੋਊਗੀ ਵੀ ਇੱਕ ਪਬਲਿਕ ਲਾਇਬ੍ਰੇਰੀ ਸਾਡੇ ਖਰੜ 'ਚ ਖੁੱਲ੍ਹੇ ਅਤੇ ਉਹ ਵੀ ਜੇ ਸਾਡੇ ਵਾਰਡ 'ਚ ਖੁੱਲ੍ਹ ਜੇ ਤਾਂ ਬਹੁਤ ਜ਼ਿਆਦਾ ਅੱਛੇ ਹੈ। ਕਿਉਂਕਿ ਜਦੋਂ ਸਟੂਡੈਂਟਸ ਨੇ ਅੱਗੇ ਤਿਆਰੀ ਕਰਨੀ ਹੁੰਦੀ ਹੈ ਪੋਸਟ ਗ੍ਰੈਜੂਏਸ਼ਨ ਵਾਸਤੇ ਜਾਂ ਕਿਸੇ ਕੰਪੀਟੀਸ਼ਨ ਵਾਸਤੇ, ਤਾਂ ਲਾਇਬ੍ਰੇਰੀ ਦੀ ਬੜੀ ਸਖਤ ਲੋੜ ਹੈ। ਲਾਇਬ੍ਰੇਰੀ ਬਿਨਾਂ ਸ਼ਾਇਦ ਤਿਆਰੀ ਨਹੀਂ ਹੋ ਸਕਦੀ। ਸਾਡੇ ਇੱਥੋਂ ਸਟੂਡੈਂਟਸ ਜਾਂਦੇ ਹੈ ਚੰਡੀਗੜ੍ਹ ਜਾਂ ਮੋਹਾਲੀ, ਲਾਇਬ੍ਰੇਰੀਆਂ 'ਚ 10-10 ਘੰਟੇ ਬੈਠਦੇ ਹੈ। ਤਾਂ ਸਟੂਡੈਂਟਸ ਬਹੁਤ ਪੜ੍ਹਨ ਵਾਲੇ ਹੈ ਸਾਡੇ ਏਰੀਏ 'ਚ, ਅਤੇ ਮੇਰੀ ਇਹ ਕੋਸ਼ਿਸ਼ ਹੈ ਵੀ ਸਟੂਡੈਂਟਸ ਵਾਸਤੇ ਮੈਂ ਕੁਛ ਕਰ ਸਕਾਂ। ਪਰਮਾਤਮਾ ਸ਼ੁਕਰ ਕੇ ਬਰਾੜ ਸਾਹਿਬ ਕਿ ਆਉਣ ਵਾਲਾ ਸਮਾਂ ਤੁਹਾਡਾ ਹੋਵੇ ਔਰ ਜਿਹੜੀਆਂ ਡਿਵੈਲਪਮੈਂਟ ਦੀਆਂ ਗੱਲਾਂ ਤੁਸੀਂ ਕੀਤੀਆਂ ਨੇ
ਉਹ ਵਾਰਡ ਨੰਬਰ 10 'ਚੋਂ ਡਿਵੈਲਪਮੈਂਟ ਦੀ ਗੱਲ ਹੋਵੇ, ਉਹਨਾਂ ਗੱਲਾਂ ਦੀ ਪੂਰਤੀ ਹੋਵੇ, ਤਾਂ ਜੋ 5 ਸਾਲ ਤੁਹਾਨੂੰ ਲੋਕਾਂ ਦਾ ਸਾਹਮਣਾ ਵੀ ਕਰਨਾ ਪੈਣਾ ਜਿੱਤਣ ਤੋਂ ਬਾਅਦ, ਔਰ 5 ਸਾਲ ਤੁਸੀਂ ਸ਼ਾਨ ਦੇ ਨਾਲ ਜਦੋਂ ਅਗਲੀ ਟਰਮ ਆਵੇ ਉਹ ਤੁਸੀਂ ਸ਼ਾਨ ਨਾਲ ਕਹਿ ਸਕੋਗੇ ਬਰਾੜ ਵੀ ਮੈਂ ਇਹ ਕੰਮ ਕਰਾਏ ਨੇ। ਕੈਮਰਾਮੈਨ ਅਰਮਾਨ ਦੇ ਨਾਲ ਕੁਲਵੰਤ ਸਿੰਘ ਗਿੱਲ, ਨਿਊਜ਼ ਪ੍ਰਾਈਮ।